ਘਟ ਘਟ ਵਾਸੀ ਸਰਬ ਨਿਵਾਸੀ। ਪਿਛਲੀ ਸਾਖੀ ਸੰਬੰਧਤ ਪਾਕਰ ਸਿੰਘ ਪਰਿਵਾਰ ਨੂੰ ਸਕੇਸੀ ਨੀਕਲ ਸਿੰਘ ਨੰਬਰਦਾਰ। ਉਹਨਾਂ ਕੋਲ 4 ਸਾਧੂ ਆ ਗਏ। ਭਗਤੀ ਥੋੜ੍ਹੀ ਪਰ ਮਨ ਵਿੱਚ ਭਰੀ ਹੋਈ ਹੰਕਾਰੀ ਉੱਤਰ ਪ੍ਰਸ਼ਨਾਂ ਦੀ ਪੰਡ। ਉਹਨਾਂ ਲੀਕਲ ਸਿੰਘ ਨੰਬਰਦਾਰ ਨੂੰ ਕਿਹਾ, ਸਾਨੂੰ ਬਾਬਾ ਜੀ ਦੇ ਦਰਸ਼ਨ ਕਰਵਾਓ, ਅਸੀਂ ਉਹਨਾਂ ਨਾਲ ਕੁਝ ਗੋਸ਼ਟੀਆਂ ਕਰਨੀਆਂ ਹਨ। ਸਰਦਾਰ ਲੀਕਲ ਸਿੰਘ ਨੰਬਰਦਾਰ ਉਹਨਾਂ ਨੂੰ ਲੈ ਕੇ ਬਾਬਾ ਜੀ ਦੇ ਸਥਾਨ 'ਤੇ ਆਇਆ। ਸੇਵਕ ਨੂੰ ਕਿਹਾ, ਇਹਨਾਂ ਸਾਧੂਆਂ ਨੇ ਬਾਬਾ ਜੀ ਦੇ ਦਰਸ਼ਨ ਕਰਨੇ ਹਨ, ਆਗਿਆ ਲੈਣੀ ਹੈ। ਸੇਵਕ ਟਿੱਲਾ ਸਾਹਿਬ ਉੱਪਰ ਗਿਆ। ਸ਼ਾਮ ਦਾ ਵੇਲਾ ਸੀ। ਹੱਥ ਜੋੜ ਕੇ ਬੇਨਤੀ ਕੀਤੀ, ਹਜ਼ੂਰ, ਨੰਬਰਦਾਰ ਲੀਕਲ ਸਿੰਘ ਨਾਲ 4 ਸਾਧੂ ਆਏ ਹਨ, ਦਰਸ਼ਨ ਕਰਨ ਲਈ ਆਗਿਆ ਮੰਗਦੇ ਹਨ। ਹਜ਼ੂਰ ਨੇ ਬਚਨ ਕੀਤਾ, ਅੱਜ ਨਹੀਂ, ਉਹਨਾਂ ਨੂੰ ਸਵੇਰੇ ਅੰਮ੍ਰਿਤ ਵੇਲੇ ਦਰਸ਼ਨ ਦੇਵਾਂਗੇ। ਉਹਨਾਂ ਨੂੰ ਕਹਿਣਾ, ਚਾਰੇ ਦਿਸ਼ਾ ਵਿੱਚ ਪਿੰਡ ਦੇ ਬੈਠ ਜਾਣ, ਇੱਕ ਚੜ੍ਹਦੇ ਵੱਲ, ਇੱਕ ਦੱਖਣ ਵੱਲ, ਛਿਪਦੇ ਵੱਲ ਤੇ ਇੱਕ ਪਹਾੜ ਵੱਲ ਪਿੰਡ ਤੋਂ ਬਾਹਰ ਰਾਤ ਨੂੰ ਬੈਠ ਜਾਣ। ਅੰਮ੍ਰਿਤ ਵੇਲੇ ਉੱਠ ਕੇ ਭਜਨ ਬੰਦਗੀ ਕਰਨ, ਅਸੀਂ ਉਹਨਾਂ ਨੂੰ ਆਪ ਹੀ ਦਰਸ਼ਨ ਦੇਵਾਂਗੇ। ਸੇਵਕ ਨੇ ਲੀਕਲ ਸਿੰਘ ਅਤੇ ਸਾਧੂਆਂ ਨੂੰ ਸਾਰੇ ਬਚਨ ਸੁਣਾ ਦਿੱਤੇ। ਸਾਧੂ ਅਤੇ ਨੰਬਰਦਾਰ ਘਰ ਮੁੜ ਗਏ। ਨੰਬਰਦਾਰ ਨੇ ਸਾਧੂਆਂ ਨੂੰ ਅੰਨ ਪਾਣੀ ਛਕਾਇਆ। ਹੁਕਮ ਅਨੁਸਾਰ ਪਿੰਡ ਦੇ ਚਾਰੇ ਦਿਸ਼ਾ ਵਿੱਚ ਸਾਧੂ ਜਾ ਕੇ ਬੈਠ ਗਏ। ਰਾਤ ਅੱਧੀ ਬੀਤ ਜਾਣ ਤੋਂ ਬਾਅਦ ਜਦੋਂ ਤਾਰਾ ਚੜ੍ਹਦਾ ਹੈ, ਉਸ ਤੋਂ ਪਹਿਲਾਂ ਸਾਧੂ ਉੱਠ ਕੇ ਭਜਨ ਕਰਨ ਲੱਗ ਪਏ। ਜਦੋਂ ਤਾਰਾ ਚੜ੍ਹਿਆ ਤਾਂ ਬਾਬਾ ਜੀ ਮਹਾਰਾਜ ਨੇ ਚਾਰੇ ਸਾਧੂਆਂ ਨੂੰ ਇੱਕ ਸਮੇਂ ਦਰਸ਼ਨ ਦਿੱਤੇ ਅਤੇ ਉਹਨਾਂ ਦੀ ਮਨੋਕਾਮਨਾ ਪੂਰੀ ਕਰਨ ਦਾ ਬਚਨ ਪੂਰਾ ਕੀਤਾ। ਬਚਨ ਉਹਨਾਂ ਨਾਲ ਕੀਤੇ ਜਾਂ ਨਹੀਂ, ਇਹਨਾਂ ਬਾਰੇ ਕੋਈ ਵੇਰਵਾ ਨਹੀਂ ਮਿਲਿਆ। ਜਦ ਸਵੇਰੇ ਪਹੁ ਫੁੱਟੀ ਤਾਂ ਚਾਰੇ ਸਾਧੂ ਨੰਬਰਦਾਰ ਦੇ ਘਰ ਆ ਗਏ। ਆਪਸ ਵਿੱਚ ਪੁੱਛਣ ਲੱਗੇ ਕਿ ਤੈਨੂੰ ਕਿਸ ਸਮੇਂ ਦਰਸ਼ਨ ਹੋਏ? ਤਾਂ ਸਭ ਨੇ ਕਿਹਾ, ਇੱਕ ਤਾਰਾ ਚੜ੍ਹਨ ਵੇਲੇ। ਸਾਰੇ ਹੈਰਾਨ ਹੋ ਗਏ ਕਿ ਸਾਰਿਆਂ ਨੂੰ ਇੱਕੋ ਸਮੇਂ ਇੱਕੋ ਰੂਪ ਵਿੱਚ ਦਰਸ਼ਨ ਦਿੱਤੇ। ਉਹਨਾਂ ਦੇ ਮਨ ਦੇ ਸ਼ੰਕੇ ਦੂਰ ਹੋ ਗਏ। ਸਾਧੂਆਂ ਨੇ ਕਿਹਾ, ਇੱਥੋਂ ਚੱਲਦੇ ਹਾਂ, ਇਹ ਸਮੁੰਦਰ ਹੈ, ਛੱਪੜੀਆਂ ਦਾ ਇੱਥੇ ਕੀ ਬਣੇਗਾ। ਘਟ ਘਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਨਤ। ਇੱਕ ਵਾਰ ਬਾਬਾ ਨੰਦ ਸਿੰਘ ਜੀ ਦੇ ਭਰਾ ਹਰਨਾਮ ਸਿੰਘ ਜੀ, ਇੱਕ ਦਰਜੀ ਸਿੱਖ ਅਤੇ ਇੱਕ ਡਾਕਟਰ ਜਗਰਾਉਂ ਤੋਂ ਬਾਬਾ ਜੀ ਹਰਨਾਮ ਸਿੰਘ ਜੀ ਦੇ ਦਰਸ਼ਨਾਂ ਲਈ ਆਉਣ ਲੱਗੇ। ਡਾਕਟਰ ਨੇ ਘਰਵਾਲੀ ਨੂੰ ਕਿਹਾ, ਅਸੀਂ ਪੁੱਛੋ ਜਾਣਾ ਹੈ, ਬਾਬਾ ਜੀ ਲਈ ਦੁੱਧ ਲੈ ਕੇ ਜਾਣਾ ਹੈ, ਦੁੱਧ ਅੱਜ ਰੱਖ ਦੇਵੀਂ। ਫਿਰ ਕਿਹਾ, ਵਧਾ ਦੇਵੀਂ, ਪੁੱਛੋ ਤੋਂ ਹੀ ਲੈ ਲਵਾਂਗੇ। ਅਗਲੇ ਦਿਨ ਤਿੰਨੇ ਹੀ ਦਰਸ਼ਨਾਂ ਲਈ ਪਹੁੰਚ ਗਏ। ਆਗਿਆ ਲੈ ਕੇ ਉੱਪਰ ਟਿੱਲਾ ਸਾਹਿਬ 'ਤੇ ਚਲੇ ਗਏ। ਨਮਸਕਾਰ ਕਰਕੇ ਬੈਠ ਗਏ। ਹਜ਼ੂਰ ਨੇ ਬਚਨ ਕੀਤਾ, ਕਿਵੇਂ, ਦਰਸ਼ਨਾਂ ਲਈ ਕਿ ਪ੍ਰਸ਼ਨ ਲਈ? ਮਹਾਰਾਜ, ਦਰਸ਼ਨਾਂ ਲਈ ਤੇ ਪ੍ਰਸ਼ਨਾਂ ਲਈ ਵੀ। ਹਜ਼ੂਰ ਹੱਸੇ ਕਹਿਣ ਲੱਗੇ, ਲਿਆ ਵੇ ਡਾਕਟਰਾ, ਤੇਰਾ ਦੁੱਧ ਕਿੱਥੇ ਹੈ? ਕੱਲ੍ਹ ਦਾ ਤਿਆਰੀ ਕਰੀ ਜਾਂਦਾ ਸੀ। ਉਸਨੇ ਗਲਤੀ ਦੀ ਮਾਫੀ ਮੰਗੀ। ਮਹਾਰਾਜ, ਅਸੀਂ ਭੁੱਲਣਹਾਰ ਹਾਂ, ਤੁਸੀਂ ਬਖਸ਼ਣਹਾਰ ਹੋ। ਫਿਰ ਹਰਨਾਮ ਸਿੰਘ ਜੀ ਨੂੰ ਕਹਿਣ ਲੱਗੇ, ਤੁਹਾਡੇ ਕੋਲੋਂ ਤਾਂ ਕੁਝ ਛੁਪਾ ਕੇ ਨਹੀਂ ਰੱਖਿਆ। ਤੁਹਾਡੇ ਘਰ ਨੂੰ ਤਾਂ ਬਹੁਤ ਬਖਸ਼ਿਸ਼ਾਂ ਹੋਈਆਂ ਹਨ। ਰਿੱਖੀ ਜੀ ਤੋਂ ਅਸੀਂ ਕੁਝ ਨਹੀਂ ਲੁਕੋ ਕੇ ਰੱਖਿਆ। ਇੱਥੇ ਤਾਂ ਜਵਾਨੀ ਹੀ ਰੱਖੀ ਹੈ। ਉਹਨਾਂ ਦਾ ਘਰ ਪਹਿਲਾਂ ਤੇ ਮਹਿਮਾ ਕਰਵਾਉਣੀ ਹੈ, ਆਪਣਾ ਫਿਰ ਚੌਥੀ ਗੱਦੀ 'ਤੇ ਆ ਕੇ ਬਣਾਵਾਂਗੇ। ਫਿਰ ਦਰਜੀ ਸਿੱਖ ਨੂੰ ਕਹਿਣ ਲੱਗੇ, ਆ ਬਈ, ਤੂੰ ਤਾਂ ਬੱਬਰੂ ਨੇ ਘੱਲਿਆ ਹੈ। ਬਾਬਾ ਜੀ ਮਹਾਰਾਜ ਬਾਬਾ ਨੰਦ ਸਿੰਘ ਜੀ ਨੂੰ ਕਈ ਵਾਰ ਬੱਬਰੂ ਵੀ ਕਿਹਾ ਕਰਦੇ ਸਨ। ਉਹਨਾਂ ਦੀ ਤਾਂ ਅਸੀਂ ਜ਼ਰੂਰ ਮੰਨਾਂਗੇ। ਔਲਾਦ ਦੇ ਲਈ ਆਇਆ ਹੈ?
ਉਸਨੇ ਉੱਤਰ ਦਿੱਤਾ, ਮਹਾਰਾਜ, ਹਾਂ, ਔਲਾਦ ਨਹੀਂ ਹੈ। ਮਹਾਰਾਜ ਨੇ ਹੁਕਮ ਕੀਤਾ, ਤੁਹਾਡਾ ਘਰ ਠੀਕ ਨਹੀਂ ਹੈ, ਇਹ ਘਰ ਛੱਡ ਦਿਓ। ਇਸ ਘਰ ਵਿੱਚ ਗਊ ਕਸ ਕਰਕੇ ਚੌਲਾਂ ਵਿੱਚ ਪਾ ਕੇ ਰਤ ਖਵਾਈ ਗਈ ਸੀ। ਘਰ ਅਛੂਤ ਹੈ। ਹੋਰ ਪਿੰਡ ਵਿੱਚ ਤੈਨੂੰ 500 ਰੁਪਏ ਵਿੱਚ ਬਾਲਿਆਂ ਵਾਲੀ ਛੱਤ ਵਾਲਾ ਘਰ ਮਿਲ ਜਾਵੇਗਾ। ਕਿਸੇ ਜਗ੍ਹਾ ਪਹਾੜੀ 'ਤੇ ਸਈਦ ਫਰੀਦ ਬੈਠਾ ਬਿਰਧ ਹੈ। ਉਹ ਤੇਰੇ ਘਰੇ ਜਨਮ ਲਵੇਗਾ। ਉਸ ਦੀ ਨਿਸ਼ਾਨੀ ਹੋਵੇਗੀ ਕਿ ਉਸ ਦੀ ਢੂਈ ਪਿੱਠ 'ਤੇ ਵਿੱਚ ਮੌਕਾ ਹੋਵੇਗਾ। ਸ਼ੇਰ ਸਿੰਘ ਜੀ ਨੂੰ ਉਸ ਪਿੰਡ ਅਤੇ ਪਹਾੜੀ ਵਾਲੀ ਜਗ੍ਹਾ ਯਾਦ ਨਹੀਂ ਸੀ ਜਿੱਥੇ ਉਸਨੇ ਘਰ ਲਿਆ ਤੇ ਪਗੜੀ ਵਾਲਾ ਫਕੀਰ ਮਿਲਿਆ। ਆਪ ਦੈਂਤ ਲਾਇ ਦੀਏ, ਸੰਤਨ ਕੋ ਆਪੇ ਰਾਖਾ ਸੋਏ। ਸ਼ਾਮ ਦਾ ਸਮਾਂ ਸੀ। ਇੱਕ ਨਵਾਂ ਵਿਆਹਿਆ ਜੋੜਾ ਬਾਬਾ ਜੀ ਦੇ ਦਰਸ਼ਨਾਂ ਲਈ ਆਇਆ। ਆਗਿਆ ਮਿਲ ਗਈ, ਦਰਸ਼ਨ ਕੀਤੇ। ਬਾਬਾ ਜੀ ਮਹਾਰਾਜ ਨੇ ਬਚਨ ਕੀਤਾ, ਇੱਥੇ ਕੋਈ ਰਿਸ਼ਤੇਦਾਰੀ ਹੈ? ਉਹਨਾਂ ਕਿਹਾ, ਜੀ ਇੱਥੇ ਕੋਈ ਰਿਸ਼ਤੇਦਾਰੀ ਨਹੀਂ। ਹਜ਼ੂਰ ਨੇ ਹੁਕਮ ਕੀਤਾ, ਕਾਕਾ ਤੂੰ ਇੱਥੇ ਹੀ ਆਸਣ ਲਾ ਲਓ ਅਤੇ ਬੀਬੀ ਨੂੰ ਮਾਈ ਰਤੋ ਬਾਬਾ ਮਹਿਤਾਬ ਸਿੰਘ ਦੇ ਘਰਵਾਲੀ ਦੇ ਘਰ ਭੇਜ ਦਿੰਦੇ ਹਾਂ। ਦੂਰ ਦੁਰੇਡੇ ਦੀਆਂ ਮਾਈਆਂ ਨੂੰ ਰਾਤ ਦੇ ਸਮੇਂ ਬਾਬਾ ਜੀ ਮਾਈ ਰਤੋ ਦੇ ਘਰ ਹੀ ਭੇਜ ਦਿੰਦੇ ਸਨ। ਉਸ ਲੜਕੀ ਦੇ ਗਹਿਣੇ ਕਾਫੀ ਪਾਏ ਹੋਏ ਸਨ। ਮਾਈ ਰਤੋ ਜਦ ਸੇਵਾ ਤੋਂ ਵਾਪਸ ਗਈ ਤਾਂ ਲੜਕੀ ਨੂੰ ਨਾਲ ਭੇਜ ਦਿੱਤਾ। ਸਿਆਲ ਦੀ ਰੁੱਤ ਸੀ। ਲੜਕੀ ਦੇ ਗਹਿਣੇ ਦੇਖ ਕੇ ਕਿਸੇ ਦੇ ਮਨ ਵਿੱਚ ਪਾਪ ਜਾਗਿਆ ਕਿ ਰਾਤ ਨੂੰ ਚੋਰੀ ਕੀਤੀ ਜਾਵੇ। ਜਦ ਰਾਤ ਪਈ ਤਾਂ ਚੋਰਾਂ ਨੇ ਮਾਈ ਦੇ ਘਰ ਨੂੰ ਪਾੜ ਲਾਉਣਾ ਸ਼ੁਰੂ ਕਰ ਦਿੱਤਾ। ਪਾੜ ਲਾ ਲਿਆ ਪਰ ਅੰਦਰ ਕੋਈ ਜਾ ਨਾ ਸਕੇ। ਇਸ ਤਰ੍ਹਾਂ ਕਰਦੇ ਕਰਦੇ ਅੰਮ੍ਰਿਤ ਵੇਲਾ ਹੋ ਗਿਆ। ਬਾਬਾ ਜੀ ਦੇ ਗਾਜੀ ਮਾਈ ਦੇ ਘਰੋਂ ਦੁੱਧ ਲੈਣ ਆਉਂਦੇ ਸਨ। ਜਦੋਂ ਹਨੇਰੇ ਹੀ ਗਾਜੀ ਦੁੱਧ ਲੈਣ ਆਏ ਤਾਂ ਚੋਰ ਦੇਖ ਕੇ ਭੱਜ ਗਏ। ਆਵਾਜ਼ ਸੁਣ ਕੇ ਗਾਜੀਆਂ ਨੇ ਕਿਹਾ, ਮਾਈ, ਇਹ ਖੜਕਾ ਕਿਸ ਤਰ੍ਹਾਂ ਦਾ ਹੋਇਆ ਸੀ? ਲਾਲਟੈਨ ਜਗਾ ਕੇ ਦੇਖਿਆ ਤਾਂ ਕੰਧ ਨੂੰ ਪਾੜ ਲੱਗਿਆ ਹੋਇਆ ਸੀ, ਪਰ ਨੁਕਸਾਨ ਕੋਈ ਨਹੀਂ ਹੋਇਆ ਸੀ। ਜਦੋਂ ਦਿਨ ਚੜ੍ਹ ਆਇਆ ਤਾਂ ਲੋਕ ਦੇਖਣ ਆਏ ਕਿ ਪਾੜ ਲੱਗਿਆ ਹੈ। ਲੋਕਾਂ ਨੇ ਪਾੜ ਵੱਲ ਤੱਕਿਆ ਤਾਂ ਇੱਕ ਬਹੁਤ ਵੱਡਾ ਸੱਪ ਫਨ ਫੈਲਾਏ ਪਾੜ ਵਿੱਚ ਬੈਠਾ ਹੈ। ਲੋਕਾਂ ਨੂੰ ਦੇਖ ਕੇ ਸੱਪ ਕੰਧ ਵਿੱਚ ਹੀ ਚਲਾ ਗਿਆ। ਸਵੇਰੇ ਮਾਈ ਅਤੇ ਲੜਕੀ ਬਾਬਾ ਜੀ ਕੋਲ ਪਹੁੰਚੀਆਂ। ਬੇਨਤੀ ਕੀਤੀ, ਮਹਾਰਾਜ, ਰਾਤ ਚੋਰਾਂ ਨੇ ਪਾੜ ਲਾ ਗਿਆ ਸੀ ਪਰ ਚੋਰੀ ਨਹੀਂ ਹੋਈ। ਪਹਾੜ ਵਿੱਚ ਵੱਡਾ ਕਾਲਾ ਸੱਪ ਸੀ। ਬਾਬਾ ਜੀ ਨੇ ਬਚਨ ਕੀਤਾ, ਚੋਰ ਬੀਬੀ ਦੀਆਂ ਟੂਮਾਂ ਲਾਉਣ ਆਏ ਸੀ, ਪਰ ਸਾਡਾ ਪਹਿਰੇਦਾਰ ਜੋ ਪਹਿਰਾ ਦੇ ਰਿਹਾ ਸੀ ਉਹ ਅੱਗੇ ਕਿਸ ਤਰ੍ਹਾਂ ਲੰਘਦੇ। ਸਾਰੇ ਇਹ ਸੁਣ ਕੇ ਹੈਰਾਨ ਹੋ ਗਏ ਕਿ ਅੰਤਰਜਾਮੀ ਮਹਾਂਪੁਰਖ ਹਰ ਥਾਂ ਆਪਣੇ ਸੇਵਕ ਦੀ ਪਤ ਰੱਖਦੇ ਹਨ। ਮਾਈ ਰਤੋ ਨੂੰ ਬਾਬਾ ਜੀ ਨੇ 1 ਰੁਪਇਆ ਦਿੱਤਾ ਸੀ। ਇੱਕ ਕੱਪੜੇ ਵਿੱਚ ਕੁਝ ਪਾ ਕੇ ਗੰਢ ਦਿੱਤੀ ਹੋਈ ਸੀ। ਹੁਕਮ ਦਿੱਤਾ ਕਿ ਰੁਪਇਆ ਵਰਤਣਾ ਨਹੀਂ ਅਤੇ ਨਾ ਹੀ ਕੱਪੜੇ ਦੀ ਗੰਢ ਖੋਲ੍ਹਣੀ ਹੈ। ਘਰ ਵਿੱਚ ਤੋੜ ਨਹੀਂ ਆਵੇਗੀ। ਇਹ ਰੁਪਈਆ ਤੇ ਕੱਪੜਾ ਮਾਈ ਦੇ ਪੋਤਰੇ ਗੁਰਚਰਨ ਸਿੰਘ ਮਾਨ ਕੋਲ ਪਿਆ ਹੈ। ਕੋਈ ਤੋੜ ਨਹੀਂ ਰਹਿੰਦੀ। ਜੋ ਮਨ ਵਿੱਚ ਚਿਤਵਦਾ ਹੈ ਪੂਰਾ ਹੋ ਜਾਂਦਾ ਹੈ। ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਜੀ, ਮਾਈ ਰਤੋ ਦਾ ਘਰ ਪੱਕਾ ਹੋਣਾ ਚਾਹੀਦਾ ਹੈ। ਹਜ਼ੂਰ ਬਾਬਾ ਜੀ ਨੇ ਬਚਨ ਕੀਤਾ, ਮਾਈ ਨੂੰ ਪੁੱਛ ਲੈਂਦੇ ਹਾਂ। ਜਦ ਮਾਈ ਆਈ ਤਾਂ ਮਹਾਰਾਜ ਜੀ ਨੇ ਸੰਗਤ ਦੀ ਬੇਨਤੀ ਦੱਸੀ। ਮਾਈ ਨੇ ਉੱਤਰ ਦਿੱਤਾ, ਮਹਾਰਾਜ, ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ ਰੱਖੋ। ਇਹ ਮੇਰਾ ਪੱਕਾ ਘਰ ਹੈ।